ਟਰੰਪ ਪ੍ਰਵਾਸੀਆਂ ਨੂੰ ਨਫ਼ਰਤ ਕਿਉਂ ਕਰਦੇ ਹਨ? ਏਸੀਆਈ ਟੀਵੀ ਵਰਲਡ ਗਾਈਡਾਂ ਅਤੇ ਰਿਪੋਰਟਾਂ ਵਿੱਚ ਤੁਹਾਡਾ ਸਵਾਗਤ ਹੈ। ਇਸ ਦੀ ਜਾਣ ਪਛਾਣ ਐਂਜੇਲਿਕਾ ਸਿਫੁਇੰਟੇਸ ਦੇ ਨਾਲ। ਡੋਨਾਲਡ ਟਰੰਪ ਪ੍ਰਵਾਸੀਆਂ ਨੂੰ, ਖਾਸ ਕਰਕੇ ਸਾਡੇ ਮੈਕਸੀਕਨ ਭਰਾਵਾਂ ਨੂੰ ਨਫ਼ਰਤ ਕਿਉਂ ਕਰਦਾ ਹੈ? ਸ਼ਾਇਦ ਮੈਕਸੀਕੋ ਵਿੱਚ ਇੱਕ ਸਾਮਰਾਜ ਬਣਾਉਣ ਦੀ ਉਸ ਦੀ ਅਸਫਲ ਕੋਸ਼ਿਸ਼ ਦੇ ਕਾਰਨ ਉਹ ਹੁਣ ਦੌਲਤ ਕਿਉਂ ਚਾਹੁੰਦਾ ਹੈ। ਮੈਕਸੀਕੋ ਪ੍ਰਤੀ ਨਫ਼ਰਤ ਭਰੇ ਭਾਸ਼ਣ ਦੇ ਪਿੱਛੇ ਦੇ ਕਾਰਨ ਸਪਸ਼ਟ ਨਹੀਂ ਹਨ। ਹਾਲਾਂਕਿ ਇਤਿਹਾਸ ਸੁਝਾਅ ਦਿੰਦਾ ਹੈ ਕਿ ਇਹ ਦੇਸ਼ ਵਿੱਚ ਨਿਵੇਸ਼ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਹੋਈ ਅਸਫਲਤਾ ਨਾਲ ਸੰਬੰਧਿਤ ਹੋ ਸਕਦਾ ਹੈ। ਟਰੰਪ, ਜਿਸਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਰੋਬਾਰ ਕੀਤਾ ਹੈ, ਦੇ ਮੈਕਸੀਕੋ ਵਿੱਚ ਦੋ ਅਸਫਲ ਪ੍ਰੋਜੈਕਟ ਹੋਏ ਹਨ, ਦੋਵੇਂ ਪ੍ਰਮੁੱਖ ਸੈਲਾਨੀ ਖੇਤਰਾਂ ਵਿੱਚ ਬਾਜਾ ਕੈਲੀਫੋਰਨੀਆ ਅਤੇ ਕੁਇੰਟਾਨਾ ਰੋ। ਡੋਨਾਲਡ ਟਰੰਪ ਆਪਣੀ ਮੈਕਸੀਕਨ ਵਿਰੋਧੀ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ, ਜਿਸ ਵਿੱਚ ਨਫ਼ਰਤ ਭਰੇ ਭਾਸ਼ਣ ਅਤੇ ਮੈਕਸੀਕੋ ਦੀ ਨਿੰਦਾ ਸ਼ਾਮਲ ਹੈ। ਪਰ ਇੱਕ ਵਪਾਰੀ ਦੇ ਤੌਰ ਤੇ ਉਸ ਦਾ ਅਤੀਤ ਦੱਸਦਾ ਹੈ ਕਿ ਲਗਾਤਾਰ ਨਕਾਰਾਤਮਕ ਰਵੱਈਆ ਬਣਾਈ ਰੱਖਣ ਦੀ ਬਜਾਏ, ਉਸਨੇ ਦੇਸ਼ ਵਿੱਚ ਇੱਕ ਵਪਾਰਕ ਮੌਕਾ ਦੇਖਿਆ ਜਿਸ ਦਾ ਉਸਨੇ ਫਾਇਦਾ ਨਹੀਂ ਉਠਾਇਆ, ਅਤੇ ਜਿਸ ਦਾ ਅੰਤ ਇਸ ਦੇ ਉਲਟ ਧੋਖਾਧੜੀ ਵਿੱਚ ਹੋਇਆ। ਮੈਕਸੀਕਨ ਪ੍ਰਵਾਸੀਆਂ ਨੂੰ ਬਾਹਰ ਰੱਖਣਾ, ਜਿਨ੍ਹਾਂ ਨੂੰ ਉਸਨੇ ਅਪਰਾਧੀ, ਬਲਾਤਕਾਰੀ ਅਤੇ ਹੋਰ ਕਿਹਾ ਹੈ, 2016 ਤੋਂ ਟਰੰਪ ਦੇ ਭਾਸ਼ਣ ਦਾ ਮੁੱਖ ਹਿੱਸਾ ਰਿਹਾ ਹੈ, ਜਿਸ ਸਾਲ ਉਸਨੇ ਪਹਿਲੀ ਵਾਰ ਰਾਸ਼ਟਰਪਤੀ ਲਈ ਚੋਣ ਲੜੀ ਸੀ। ਉਸ ਦੀ ਮੈਕਸੀਕਨ ਵਿਰੋਧੀ ਬਿਆਨਬਾਜ਼ੀ ਦਾ ਇੱਕ ਹੋਰ ਪਹਿਲੂ ਮੈਕਸੀਕੋ ਵਿੱਚ ਨਿਵੇਸ਼ ਕਰਨ ਲਈ ਅਮਰੀਕੀ ਕੰਪਨੀਆਂ ਦੀ ਆਲੋਚਨਾ ਸੀ, ਨਾਲ ਹੀ ਮੈਕਸੀਕਨ ਕਾਰਟੈਲਾਂ ਨੂੰ ਅੱਤਵਾਦੀ ਸੰਗਠਨਾਂ ਵਜੋਂ ਨਾਮਜ਼ਦ ਕਰਨ ਦੀ ਇੱਛਾ ਵੀ ਸੀ। ਪਰ ਇਸ ਤੋਂ ਪਹਿਲਾਂ, ਟਰੰਪ ਪਹਿਲਾਂ ਹੀ ਅਸਫਲ ਹੋ ਚੁੱਕੇ ਸਨ ਜਦੋਂ ਉਸਨੇ ਦੇਸ਼ ਵਿੱਚ ਨਿਵੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਮੈਕਸੀਕੋ ਵਿੱਚ ਦੋ ਅਸਫਲ ਪ੍ਰੋਜੈਕਟ ਵੀ ਸ਼ਾਮਲ ਸਨ, ਦੋਵੇਂ ਪ੍ਰਮੁੱਖ ਸੈਲਾਨੀ ਖੇਤਰਾਂ ਵਿੱਚ ਸਥਿਤ ਸਨ, ਬਾਜਾ ਕੈਲੀਫੋਰਨੀਆ ਅਤੇ ਕੁਇੰਟਾਨਾ ਰੋ। ਦੀਵਾਲੀਆ ਕੰਪਨੀਆਂ। 2006 ਵਿੱਚ, ਡੋਨਾਲਡ ਟਰੰਪ ਨੇ ਬਾਜਾ ਕੈਲੀਫੋਰਨੀਆ ਵਿੱਚ ਟਰੰਪ ਓਸ਼ੀਅਨ ਰਿਜ਼ੋਰਟ, ਬਾਜਾ ਨਾਮਕ ਇੱਕ ਲਗਜ਼ਰੀ ਰਿਹਾਇਸ਼ੀ ਕੰਪਲੈਕਸ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਜਾਇਦਾਦਾਂ $3,50,000 ਅਤੇ $9 ਲੱਖ ਦੇ ਵਿਚਕਾਰ ਵਿਕੀਆਂ। ਪਰ ਇਹ ਪ੍ਰੋਜੈਕਟ ਕਦੇ ਵੀ ਸਿਰੇ ਨਹੀਂ ਚੜ੍ਹਿਆ, ਜੋ ਕਿ ਵਪਾਰੀ ਲਈ ਅਸਫਲ ਸਾਬਤ ਹੋਇਆ। ਬਾਜਾ ਕੈਲੀਫੋਰਨੀਆ ਕੇਸ ਮੈਕਸੀਕੋ ਵਿੱਚ ਡੋਨਾਲਡ ਟਰੰਪ ਦੀ ਇਕਲੌਤੀ ਅਸਫਲ ਕੋਸ਼ਿਸ਼ ਨਹੀਂ ਹੈ। 2007 ਵਿੱਚ, ਬਾਜਾ ਕੈਲੀਫੋਰਨੀਆ ਦੇ ਸਮਾਗਮਾਂ ਤੋਂ ਇੱਕ ਸਾਲ ਬਾਅਦ, ਟਰੰਪ ਨੇ ਕੁਇੰਟਾਨਾ ਰੋ ਰਾਜ ਦੇ ਕੋਜ਼ੂਮੇਲ ਵਿੱਚ ਇੱਕ ਹੋਰ ਸੈਰ ਸਪਾਟਾ ਪ੍ਰੋਜੈਕਟ ਬਣਾਉਣ ਦੀ ਕੋਸ਼ਿਸ਼ ਕੀਤੀ। ਪੁੰਟਾ ਅਰੈਸੀਫੇਸ ਰਿਜ਼ੋਰਟ ਨਾਮਕ ਇਸ ਪ੍ਰੋਜੈਕਟ ਵਿੱਚ ਇੱਕ ਹੈਲੀਪੈਡ, ਇੱਕ ਗੋਲਫ ਕੋਰਸ ਅਤੇ ਹੋਰ ਲਗਜ਼ਰੀ ਸਹੂਲਤਾਂ ਸ਼ਾਮਲ ਹਨ। ਵੱਖ-ਵੱਖ ਰਿਪੋਰਟਾਂ ਦੇ ਅਨੁਸਾਰ, ਪਹਿਲੇ ਮਾਮਲੇ ਵਿੱਚ, ਟਰੰਪ ਨੇ ਇੱਕ ਤੀਬਰ ਮਾਰਕੀਟਿੰਗ ਮੁਹਿੰਮ ਰਾਹੀਂ ਟਰੰਪ ਓਸ਼ੀਅਨ ਰਿਜ਼ੋਰਟ ਦੇ ਨਾਮ ਹੇਠ ਇਸ ਰੀਅਲ ਅਸਟੇਟ ਵਿਕਾਸ ਨੂੰ ਅੱਗੇ ਵਧਾਇਆ। ਉਸਨੇ ਇਸ ਨੂੰ ਇੱਕ ਰਿਹਾਇਸ਼ੀ ਖੇਤਰ ਵਾਲੇ ਇੱਕ ਲਗਜ਼ਰੀ ਹੋਟਲ ਵਜੋਂ ਪੇਸ਼ ਕੀਤਾ, ਅਤੇ ਬਾਜਾ ਕੈਲੀਫੋਰਨੀਆ ਵਿੱਚ ਇਸ ਨੂੰ ਬਹੁਤ ਗਤੀਸ਼ੀਲਤਾ ਨਾਲ ਅੱਗੇ ਵਧਾਇਆ। ਸਤੰਬਰ 2016 ਵਿੱਚ, ਸੈਨ ਡਿਏਗੋ ਟ੍ਰਿਬਿਊਨ ਨੇ ਡੋਨਾਲਡ ਟਰੰਪ ਦੇ ਅਸਫਲ ਨਿਵੇਸ਼ ਦਾ ਵੇਰਵਾ ਦਿੰਦੇ ਹੋਏ ਇੱਕ ਲੇਖ ਪ੍ਰਕਾਸ਼ਿਤ ਕੀਤਾ, ਜਿਸ ਵਿੱਚ ਕੰਪਲੈਕਸ ਨੂੰ 17 ਵਾਟਰਫਰੰਟ ਏਕੜ ਅਤੇ 525 ਅਪਾਰਟਮੈਂਟਾਂ ਵਾਲਾ ਦੱਸਿਆ ਗਿਆ ਸੀ। ਯੂਨਿਟ ਦੀਆਂ ਕੀਮਤਾਂ $2,75,000 ਤੋਂ $3 ਮਿਲੀਅਨ ਤੱਕ ਹਨ। ਟ੍ਰਿਬਿਊਨ ਦੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਟਰੰਪ ਨੇ ਆਪਣੇ ਬੱਚਿਆਂ ਇਵਾਂਕਾ ਅਤੇ ਡੋਨਾਲਡ ਜੂਨੀਅਰ ਦੇ ਨਾਲ ਮਿਲ ਕੇ ਅਣਜਾਣ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ਲਈ ਕਈ ਪ੍ਰਚਾਰ ਸਮਾਗਮਾਂ ਵਿੱਚ ਹਿੱਸਾ ਲੈ ਕੇ ਆਪਣੇ ਨਾਮ ਅਤੇ ਸਾਖ ਦੀ ਵਰਤੋਂ ਕੀਤੀ। ਟਰੰਪ ਨੇ ਆਇਰਨਗੇਟ ਕੈਪੀਟਲ ਪਾਰਟਨਰਜ਼ LLC ਨਾਲ ਭਾਈਵਾਲੀ ਕੀਤੀ, ਉਹੀ ਕੰਪਨੀ ਜਿਸਨੇ ਹੋਨੋਲੁਲੂ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਅਤੇ ਟਾਵਰ ਵਾਈਕੀਕੀ ਬਣਾਇਆ ਸੀ, ਅਤੇ ਕੰਡੋ ਉਸ ਸਮੇਂ ਵਿਕਰੀ ਲਈ ਗਏ ਜਦੋਂ ਦੱਖਣੀ ਕੈਲੀਫੋਰਨੀਆ ਵਿੱਚ ਰੀਅਲ ਅਸਟੇਟ ਦੀਆਂ ਕੀਮਤਾਂ ਸਭ ਤੋਂ ਉੱਚੀਆਂ ਸਨ। ਸੈਨ ਡਿਏਗੋ ਟ੍ਰਿਬਿਊਨ, ਯੂਨੀਵਿਜ਼ਨ ਨੋਟਿਸਿਅਸ ਅਤੇ ਐਸੋਸੀਏਟਿਡ ਪ੍ਰੈਸ ਦੀ ਜਾਂਚ ਸਮੇਤ ਕਈ ਰਿਪੋਰਟਾਂ ਦੇ ਅਨੁਸਾਰ, ਖਰੀਦਦਾਰਾਂ ਨੂੰ ਜਾਇਦਾਦਾਂ ਦੀ ਕੁੱਲ ਕੀਮਤ ਦਾ ਘੱਟੋ-ਘੱਟ 30% ਡਾਊਨ ਪੇਮੈਂਟ ਕਰਨਾ ਜ਼ਰੂਰੀ ਸੀ। ਇਹਨਾਂ ਰਿਪੋਰਟਾਂ ਦੇ ਅਨੁਸਾਰ, ਦਸੰਬਰ 2006 ਵਿੱਚ ਲਗਭਗ 200 ਯੂਨਿਟ ਵੇਚੇ ਗਏ ਸਨ। ਇਸ ਪ੍ਰੋਜੈਕਟ ਨੂੰ ਆਇਰਨ ਗੇਟ ਨਾਲ ਸਾਂਝੇਦਾਰੀ ਵਿੱਚ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਇੱਕ ਪ੍ਰੋਜੈਕਟ ਵਜੋਂ ਪੇਸ਼ ਕੀਤਾ ਗਿਆ ਸੀ। ਫਰਵਰੀ 2018 ਵਿੱਚ ਪੱਤਰਕਾਰ ਇੰਟੀ ਪਾਚੇਕੋ ਦੁਆਰਾ ਲਿਖੀ ਗਈ ਯੂਨੀਵਿਜ਼ਨ ਅਤੇ ਕੋਲੰਬੀਆ ਯੂਨੀਵਰਸਿਟੀ ਸਕੂਲ ਆਫ ਜਰਨਲਿਜ਼ਮ ਦੀ ਇੱਕ ਵਿਸ਼ੇਸ਼ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦਸੰਬਰ 2006 ਵਿੱਚ ਸੈਨ ਡਿਏਗੋ ਵਿੱਚ ਆਯੋਜਿਤ ਆਪਣੇ ਪਹਿਲੇ ਵਿਕਰੀ ਸਮਾਗਮ ਵਿੱਚ,
ਆਇਰਨ ਗੇਟ ਨੇ ਕਿਹਾ ਕਿ ਘੱਟੋ-ਘੱਟ 80% ਅਪਾਰਟਮੈਂਟ ਇੱਕ ਦਿਨ ਵਿੱਚ ਵਿਕ ਗਏ। ਪਰ ਜਾਂਚ ਤੋਂ ਪਤਾ ਲੱਗਾ ਕਿ ਇਹਨਾਂ ਵਿੱਚੋਂ ਸਿਰਫ 60% ਯੂਨਿਟ ਹੀ ਵੇਚੇ ਗਏ ਸਨ, ਜਿਨ੍ਹਾਂ ਵਿੱਚੋਂ 30 ਤੋਂ ਵੱਧ ਆਇਰਨ ਜੈਟ ਦੇ ਅਧਿਕਾਰੀਆਂ ਦੇ ਨਾਮ ਤੇ ਸਨ। ਦਿਲਚਸਪੀ ਰੱਖਣ ਵਾਲੀਆਂ ਧਿਰਾਂ ਤੋਂ ਸ਼ੁਰੂਆਤੀ ਜਮ੍ਹਾਂ ਰਕਮਾਂ ਦੇ ਬਾਵਜੂਦ, ਇਹ ਪ੍ਰੋਜੈਕਟ ਕਦੇ ਨਹੀਂ ਬਣਾਇਆ ਗਿਆ ਅਤੇ ਇਸ ਨੂੰ ਇੱਕ ਰੀਅਲ ਅਸਟੇਟ ਘੁਟਾਲਾ ਮੰਨਿਆ ਗਿਆ। 2009 ਵਿੱਚ, ਇਹ ਪ੍ਰੋਜੈਕਟ ਕਥਿਤ ਤੌਰ ਤੇ ਉਦੋਂ ਢਹਿ ਗਿਆ ਜਦੋਂ ਮੈਕਸੀਕੋ ਦੇ ਆਇਰਨ ਗੇਟ ਦੀ ਇੱਕ ਸਹਾਇਕ ਕੰਪਨੀ, ਡਿਵੈਲਪਰ ਪੀਬੀ ਇੰਪਲਸੋਰਸ ਨੇ ਵਿਸ਼ਵਵਿਆਪੀ ਆਰਥਿਕ ਸੰਕਟ ਦੇ ਮੱਦੇਨਜ਼ਰ ਫੰਡਾਂ ਦੀ ਘਾਟ ਕਾਰਨ ਇਸ ਨੂੰ ਰੱਦ ਕਰਨ ਦਾ ਐਲਾਨ ਕੀਤਾ। $32.5 ਮਿਲੀਅਨ ਤੋਂ ਵੱਧ ਦੀ ਜਮ੍ਹਾਂ ਰਾਸ਼ੀ ਗਾਇਬ ਹੋ ਗਈ ਅਤੇ ਪ੍ਰਭਾਵਿਤ ਲੋਕਾਂ ਨੂੰ ਕਦੇ ਵੀ ਆਪਣੇ ਪੈਸੇ ਵਾਪਸ ਨਹੀਂ ਮਿਲੇ। ਉਸੇ ਸਾਲ ਫਰਵਰੀ ਵਿੱਚ, ਖਰੀਦਦਾਰਾਂ ਨੂੰ ਆਇਰਨ ਜੈਟ ਤੋਂ ਇੱਕ ਈਮੇਲ ਪ੍ਰਾਪਤ ਹੋਈ ਜਿਸ ਵਿੱਚ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਵਿੱਤੀ ਬਾਜ਼ਾਰਾਂ ਦੀ ਗੰਭੀਰ ਸਥਿਤੀ ਦੇ ਕਾਰਨ ਅਤੇ ਕਈ ਸੰਭਾਵਿਤ ਕਰਜ਼ੇ ਅਤੇ ਨਿਵੇਸ਼ ਵਿਕਲਪਾਂ ਦੀ ਪੜਚੋਲ ਕਰਨ ਤੋਂ ਬਾਅਦ, ਬਾਜਾ ਪ੍ਰੋਜੈਕਟ ਬਦਕਿਸਮਤੀ ਨਾਲ ਅੱਗੇ ਨਹੀਂ ਵਧ ਸਕੇਗਾ, ਐਸੋਸੀਏਟਿਡ ਪ੍ਰੈਸ ਨੇ ਰਿਪੋਰਟ ਦਿੱਤੀ। 16 ਫਰਵਰੀ 2009 ਦੀ ਤਾਰੀਖ ਵਾਲੇ ਇਸ ਪੱਤਰ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਟਰੰਪ ਨੇ ਇਸ ਪ੍ਰੋਜੈਕਟ ਵਿੱਚ ਨਿਵੇਸ਼ ਨਹੀਂ ਕੀਤਾ, ਹਾਲਾਂਕਿ ਖਰੀਦਦਾਰਾਂ ਨੇ ਕਿਹਾ ਕਿ ਉਸ ਦੀ ਸ਼ਮੂਲੀਅਤ ਨੇ ਉਹਨਾਂ ਨੂੰ ਉਸ ਤੇ ਭਰੋਸਾ ਕਰਨ ਅਤੇ ਆਪਣੇ ਪੈਸੇ ਲਗਾਉਣ ਲਈ ਪ੍ਰੇਰਿਤ ਕੀਤਾ। ਕਈ ਪੀੜਤਾਂ ਨੇ ਡੋਨਾਲਡ ਟਰੰਪ ਦੇ ਟਰੰਪ ਓਸ਼ੀਅਨ ਰਿਜ਼ੋਰਟ ਵਿਰੁੱਧ ਮੁਕੱਦਮੇ ਦਾਇਰ ਕੀਤੇ ਹਨ। ਯੂਨੀਵਿਜ਼ਨ ਅਤੇ ਕੋਲੰਬੀਆ ਜਰਨਲਿਜ਼ਮ ਸਕੂਲ ਦੇ ਵਿਸ਼ਲੇਸ਼ਣ ਵਿੱਚ ਇਹ ਵੀ ਪਾਇਆ ਗਿਆ ਕਿ ਆਇਰਨ ਗੇਟ, ਜੋ ਕਿ S&P ਰੀਅਲ ਅਸਟੇਟ ਨਾਲ ਕੰਮ ਕਰਦਾ ਸੀ, ਜੋ ਵਿਕਰੀ ਅਤੇ ਇਸ਼ਤਿਹਾਰਬਾਜ਼ੀ ਨੂੰ ਸੰਭਾਲਦਾ ਸੀ, ਨੇ ਲਗਭਗ 2 ਸਾਲਾਂ ਤੱਕ ਖਰੀਦਦਾਰਾਂ ਨੂੰ ਧੋਖਾ ਦਿੱਤਾ। ਮੈਕਸੀਕੋ ਵਿੱਚ, ਅਕਤੂਬਰ 2016 ਵਿੱਚ, ਕਈ ਲੋਕਾਂ ਨੇ ਉਹਨਾਂ ਜਾਇਦਾਦਾਂ ਲਈ ਭੁਗਤਾਨ ਕਰਨ ਤੋਂ ਬਾਅਦ ਟੈਕਸ ਧੋਖਾਧੜੀ ਲਈ ਤਤਕਾਲੀ ਅਟਾਰਨੀ ਜਨਰਲ ਦੇ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਜੋ ਕਦੇ ਨਹੀਂ ਬਣੀਆਂ ਸਨ। ਉਸ ਸਮੇਂ, SEGUP ਵਿੱਚ ਆਦਿਵਾਸੀ ਲੋਕਾਂ ਨਾਲ ਗੱਲਬਾਤ ਲਈ ਕਮਿਸ਼ਨਰ, ਜੈਮ ਮਾਰਟੀਨੇਜ਼ ਵਿਲੋਜ਼ ਨੇ ਸਮਝਾਇਆ ਕਿ ਟਰੰਪ ਵਿਰੁੱਧ ਸ਼ਿਕਾਇਤ ਬਾਜਾ ਕੈਲੀਫੋਰਨੀਆ ਵਿੱਚ ਜਾਇਦਾਦ ਪ੍ਰਦਾਨ ਕਰਨ ਵਿੱਚ ਅਸਫਲਤਾ ਅਤੇ ਟੈਕਸ ਜ਼ਿੰਮੇਵਾਰੀਆਂ ਦੀ ਉਲੰਘਣਾ ਲਈ ਦਾਇਰ ਕੀਤੀ ਗਈ ਸੀ। ਮਾਰਟੀਨੇਜ਼ ਵਿਲੋਜ਼ ਨੇ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਦੇ ਪਿੱਛੇ ਵਾਲੀ ਕੰਪਨੀ ਨੇ 2 ਯੋਜਨਾਬੱਧ ਅਪਾਰਟਮੈਂਟ ਟਾਵਰਾਂ ਨੂੰ ਬਣਾਉਣ ਲਈ ਕਦੇ ਵੀ ਜ਼ਰੂਰੀ ਪਰਮਿਟ ਪ੍ਰਾਪਤ ਨਹੀਂ ਕੀਤੇ। ਹਾਲਾਂਕਿ, ਇੰਟੀ ਪਾਚੇਕੋ ਦੁਆਰਾ ਕੀਤੀ ਗਈ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੀਬੀ ਇੰਪਲਸੋਰਸ ਨੇ ਬਿਲਡਿੰਗ ਪਰਮਿਟਾਂ ਲਈ ਅਰਜ਼ੀ ਦਿੱਤੀ ਸੀ, ਪਰ ਅਪਾਰਟਮੈਂਟਾਂ ਵੇਚਣ ਤੋਂ 1.5 ਸਾਲ ਬਾਅਦ ਇੱਕ ਟਾਵਰ ਲਈ ਸਿਰਫ ਇੱਕ ਪ੍ਰਾਪਤ ਕੀਤਾ। ਦੂਜੇ ਪਾਸੇ, ਉਸੇ ਜਾਂਚ ਦੇ ਅਨੁਸਾਰ, ਦੂਜੇ ਟਾਵਰ ਲਈ ਲਾਇਸੈਂਸ ਪ੍ਰਾਪਤ ਨਹੀਂ ਕੀਤਾ ਗਿਆ ਸੀ, ਇਸ ਤੱਥ ਦੇ ਬਾਵਜੂਦ ਕਿ ਇਸ ਦੇ ਅੱਧੇ ਤੋਂ ਵੱਧ ਅਪਾਰਟਮੈਂਟ ਵੇਚ ਦਿੱਤੇ ਗਏ ਸਨ। ਇਸ ਤੋਂ ਇਲਾਵਾ, ਅੰਦਰੂਨੀ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਆਇਰਨ ਜੈਟ ਨੂੰ ਦੂਜੇ ਟਾਵਰ ਲਈ $10 ਮਿਲੀਅਨ ਦੀ ਡਾਊਨ ਪੇਮੈਂਟ ਮਿਲੀ ਭਾਵੇਂ ਕਿ ਜ਼ਰੂਰੀ ਪਰਮਿਟ ਨਹੀਂ ਸਨ। ਇਸ ਦ੍ਰਿਸ਼ਟੀਕੋਣ ਦੇ ਮੱਦੇਨਜ਼ਰ, ਪੀੜਤਾਂ ਨੇ ਕੰਪਨੀ ਅਤੇ ਟਰੰਪ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਾਇਰ ਕੀਤਾ, ਹਾਲਾਂਕਿ ਟਰੰਪ ਪਰਿਵਾਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ। ਅੰਤ ਵਿੱਚ, 2013 ਵਿੱਚ, ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ, ਡੋਨਾਲਡ ਟਰੰਪ ਨੇ ਅਦਾਲਤ ਤੋਂ ਬਾਹਰ ਇੱਕ ਸਮਝੌਤੇ ਤੇ ਦਸਤਖਤ ਕੀਤੇ। ਐਸੋਸੀਏਟਿਡ ਪ੍ਰੈਸ ਅਤੇ ਯੂਨੀਵਿਜ਼ਨ ਦੀਆਂ ਰਿਪੋਰਟਾਂ ਦੇ ਅਨੁਸਾਰ, ਘੱਟੋ-ਘੱਟ 200 ਖਰੀਦਦਾਰਾਂ ਨੇ ਇੱਕ ਗੁਪਤ ਸਮਝੌਤੇ ਤੇ ਪਹੁੰਚ ਕੀਤੀ, ਜਿਸ ਵਿੱਚ ਸ਼ਾਮਲ ਸਾਰੀਆਂ ਧਿਰਾਂ ਵਿੱਚ ਵੰਡੇ ਗਏ ਕੁੱਲ $7.20 ਮਿਲੀਅਨ ਪ੍ਰਾਪਤ ਹੋਏ। ਬਾਜਾ ਕੈਲੀਫੋਰਨੀਆ ਕੇਸ ਮੈਕਸੀਕੋ ਵਿੱਚ ਡੋਨਾਲਡ ਟਰੰਪ ਦੀ ਇਕਲੌਤੀ ਅਸਫਲ ਕੋਸ਼ਿਸ਼ ਨਹੀਂ ਹੈ। 2007 ਵਿੱਚ, ਬਾਜਾ ਕੈਲੀਫੋਰਨੀਆ ਦੇ ਸਮਾਗਮਾਂ ਤੋਂ 1 ਸਾਲ ਬਾਅਦ, ਟਰੰਪ ਨੇ ਕੁਇੰਟਾਨਾ ਰੂ ਰਾਜ ਦੇ ਕੋਜ਼ੂਮੇਲ ਵਿੱਚ ਇੱਕ ਹੋਰ ਸੈਰ ਸਪਾਟਾ ਪ੍ਰੋਜੈਕਟ ਬਣਾਉਣ ਦੀ ਕੋਸ਼ਿਸ਼ ਕੀਤੀ। ਪੁੰਟਾ ਅਰੈਸੀਫੇਸ ਰਿਜ਼ੋਰਟ ਨਾਮਕ ਇਸ ਪ੍ਰੋਜੈਕਟ ਵਿੱਚ ਇੱਕ ਹੈਲੀਪੈਡ, ਇੱਕ ਗੋਲਫ ਕੋਰਸ ਅਤੇ ਹੋਰ ਲਗਜ਼ਰੀ ਸਹੂਲਤਾਂ ਸ਼ਾਮਲ ਹਨ। ਪੱਤਰਕਾਰ ਜੇਨਾਰੋ ਵਿਲਾਮਿਲ ਦੁਆਰਾ 2016 ਵਿੱਚ ਪ੍ਰੋਸੈਸੋ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਕੁਇੰਟਾਨਾ ਰੂ ਰਾਜ ਵਿੱਚ ਦੀਵਾਲੀਆ ਕੰਪਨੀਆਂ ਨਾਲ ਸਮੱਸਿਆਵਾਂ ਕਾਰਨ ਡੋਨਾਲਡ ਟਰੰਪ ਨੇ ਮੈਕਸੀਕੋ ਪ੍ਰਤੀ ਇੱਕ ਖਾਸ ਦੁਸ਼ਮਣੀ ਪੈਦਾ ਕਰ ਲਈ ਹੈ। ਟ੍ਰਾਂਸਕ੍ਰਿਪਟ ਦੇ ਅਨੁਸਾਰ, ਉਸ ਦੇ ਬੱਚੇ ਡੋਨਾਲਡ ਜੂਨੀਅਰ ਅਤੇ ਇਵਾਂਕਾ ਨੇ 2008 ਵਿੱਚ ਕੋਜ਼ੂਮੇਲ ਟਾਪੂ ਤੇ ਜ਼ਮੀਨ ਵਰਤੋਂ ਵਿੱਚ ਤਬਦੀਲੀ ਲਈ ਗੱਲਬਾਤ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਜੋ ਕਿ ਪੁੰਟਾ ਅਰੇਸਾਈਫਸ ਦੇ ਲਗਜ਼ਰੀ ਰਿਜ਼ੋਰਟ ਨੂੰ ਬਣਾਉਣ ਲਈ ਜ਼ਰੂਰੀ ਸੀ। ਪਰ ਉਸ ਸਮੇਂ ਦੇ ਪੈਨ ਮੇਅਰ, ਗੁਸਤਾਵੋ ਓਰਟੇਗਾ ਜੋਆਕੁਇਨ ਨੇ ਉਹਨਾਂ ਤੋਂ ਕਾਰਵਾਈ ਨੂੰ ਸੁਚਾਰੂ ਬਣਾਉਣ ਲਈ $20 ਮਿਲੀਅਨ ਦੀ ਰਿਸ਼ਵਤ ਮੰਗੀ। ਵਿਲਾਮਿਲ ਦੇ ਅਨੁਸਾਰ,
ਇਸ ਬੇਨਤੀ ਦਾ ਸਾਹਮਣਾ ਕਰਦੇ ਹੋਏ ਟਰੰਪ ਨੇ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ। ਹਾਲਾਂਕਿ ਟਰੰਪ ਨੇ ਇਸ ਘਟਨਾ ਨੂੰ ਜਨਤਕ ਤੌਰ ਤੇ ਸੰਬੋਧਿਤ ਨਹੀਂ ਕੀਤਾ ਹੈ, ਪਰ ਘਰੇਲੂ ਭ੍ਰਿਸ਼ਟਾਚਾਰ ਦੇ ਉਸ ਦੇ ਤਜਰਬੇ ਨੇ ਮੈਕਸੀਕੋ ਪ੍ਰਤੀ ਉਸ ਦੀ ਵਿਦੇਸ਼ੀ ਫੋਬਿਕ ਬਿਆਨਬਾਜ਼ੀ ਨੂੰ ਪ੍ਰਭਾਵਿਤ ਕੀਤਾ ਹੋ ਸਕਦਾ ਹੈ। ਮੈਕਸੀਕੋ ਵਿੱਚ ਆਪਣੀਆਂ ਅਸਫਲਤਾਵਾਂ ਦੇ ਕਾਰਨ ਟਰੰਪ ਮੈਕਸੀਕੋ ਦੀ ਖਾੜੀ ਨੂੰ ਅਮਰੀਕੀ ਨਿਯੰਤਰਣ ਵਿੱਚ ਰੱਖਣ ਦੀ ਕੋਸ਼ਿਸ਼ ਕਰਕੇ ਜਵਾਬ ਦੇ ਰਿਹਾ ਹੈ। ਡੋਨਾਲਡ ਟਰੰਪ 9 ਫਰਵਰੀ 2025 ਨੂੰ 에ਅਰ ਫੋਰਸ 1 ਤੇ ਸਵਾਰ ਹੋ ਕੇ ਜਦੋਂ ਉਹ ਉਸ ਖਾੜੀ ਨੂੰ ਪਾਰ ਕਰਦੇ ਹਨ ਜਿਸ ਨੂੰ ਹੁਣ ਸੰਯੁਕਤ ਰਾਜ ਅਮਰੀਕਾ ਦੀ ਖਾੜੀ ਕਹਿੰਦਾ ਹੈ। ਬਦਲਾਅ ਅਧਿਕਾਰਤ ਤੌਰ ਤੇ ਆ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦੇ ਫਰਮਾਨ ਨੂੰ ਰਸਮੀ ਰੂਪ ਦੇਣ ਤੋਂ ਬਾਅਦ ਗੂਗਲ ਮੈਪਸ ਨੇ ਪਹਿਲਾਂ ਹੀ ਅਪਡੇਟ ਕਰ ਦਿੱਤੀ ਹੈ, ਜੋ ਹੁਣ ਸੰਯੁਕਤ ਰਾਜ ਅਮਰੀਕਾ ਦੇ ਉਪਭੋਗਤਾਵਾਂ ਨੂੰ ਦਿਖਾਈ ਦੇ ਰਿਹਾ ਹੈ। ਤੁਹਾਡੀ ਰਾਏ ਮਾਇਨੇ ਰੱਖਦੀ ਹੈ। ਸਾਡੇ ਪਲੇਟਫਾਰਮ ਫੇਸਬੁੱਕ, YouTube, TikTok ਅਤੇ ACI TV ਵਰਲਡ ਤੇ ਵੀ ਸਾਨੂੰ ਸਬਸਕ੍ਰਾਈਬ ਕਰੋ ਅਤੇ ਫਾਲੋ ਕਰੋ। ਹਮੇਸ਼ਾ ਸੁਚੇਤ ਰਹੋ।